हेलो फ्रेंड्स, मेरे यूट्यूब चैनल लेट्स डू इट पे आपका बहुत बहुत स्वागत है। ਜਿਹੜਾ ਅੱਜ ਦਾ ਆਪਣਾ ਵੀਡੀਓ ਹੈ ਉਹ ਜੀ ਬਹੁਤ ਹੀ ਇੰਪੋਰਟੈਂਟ ਹੈ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦਿੰਦਾ ਜੀ, ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਵੇਖਣਾ ਹੈ ਜੀ। ਇਸ ਵੀਡੀਓ ਦੇ ਵਿੱਚ ਅੱਜ ਕੌਨਸਟੀਟਿਊਸ਼ਨ ਆਫ ਇੰਡੀਆ ਦੀ ਥੋੜੀ ਜੀ ਬੇਸਿਕ ਜਾਣਕਾਰੀ, ਇਸ ਤੋਂ ਇਲਾਵਾ ਇੱਕ ਇਸ ਦਾ ਮੋਸਟ ਇੰਪੋਰਟੈਂਟ ਟੌਪਿਕ ਹੈ ਜੀ, ਜਿਹੜਾ ਸ਼ਡਿਊਲ ਆਪਣਾ ਅਨੁਸੂਚੀਆਂ ਹੈ ਜੀ, ਜਿਸ ਨੂੰ ਸੂਚੀਆਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਕੌਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਜਿਹੜਾ ਇਹ ਪੋਰਸ਼ਨ ਹੈ ਜੀ, ਇਹ ETT ਚਾਹੇ ਸੈਕਿੰਡ ਪੇਪਰ ਹੋਏ, ਮੈਂ ਦੱਸ ਦਿੰਦਾ ਜੀ ਕਿ ਇਹ ਕਿੱਥੇ ਕਿੱਥੇ ਕੰਮ ਆ ਸਕਦਾ ਹੈ। ETT ਦਾ ਚਾਹੇ ਸੈਕਿੰਡ ਪੇਪਰ ਹੋਏ, ਇਸ ਤੋਂ ਇਲਾਵਾ ਜਿਹੜਾ ਮਾਸਟਰ ਕੈਡਰ ਦਾ ਜੀ ਆਪਣਾ ਪੇਪਰ ਹੋਣਾ ਹੈ, ਉਸ ਦੇ ਵਿੱਚ ਸੋਸ਼ਲ ਸਾਇੰਸ ਦਾ ਜਿਹੜਾ ਪੋਰਸ਼ਨ ਹੈ ਜੀ, ਉਸ ਦੇ ਵਿੱਚ ਚਾਹੇ ਆਪਣਾ ਜੀ ਜਿਹੜਾ ਤੁਹਾਡਾ ETT ਫਸਟ ਈਅਰ ਦੇ ਵਿੱਚ ਇੱਕ ਸਬਜੈਕਟ ਹੈ ਜੀ, ਕੰਟੈਂਪਰਰੀ ਇੰਡੀਅਨ ਸੋਸਾਇਟੀ, ਸਮਕਾਲੀਨ ਭਾਰਤੀ ਸਮਾਜ, ਉਸ ਦੇ ਵਿੱਚ ਇਹ ਸਬਜੈਕਟ ਦਾ ਇੱਕ ਟੌਪਿਕ ਹੋਏਗਾ ਜੀ। ਤਾਂ ਤੁਸੀਂ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ, ਅਤੇ ਬੈਲ ਆਈਕਨ ਨੂੰ ਦਬਾ ਦਿਓ। ਜੋ ਵੀ ਇਸ ਤਰੀਕੇ ਦੀ ਨੌਲੇਜੇਬਲ ਵੀਡੀਓ ਇਸ ਉੱਤੇ ਅਪਲੋਡ ਹੋਏਗੀ, ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਏਗੀ ਜੀ। ਤਾਂ ਜੀ ਆਪਣਾ ਵੀਡੀਓ ਸਟਾਰਟ ਕਰਦੇ ਹਾਂ ਭਾਰਤੀ ਸੰਵਿਧਾਨ ਦੀ ਬੇਸਿਕ ਜਾਣਕਾਰੀ ਤੋਂ। ਭਾਰਤੀ ਸੰਵਿਧਾਨ ਕਦੋਂ ਬਣਿਆ ਅਤੇ ਕਦੋਂ ਇਸ ਨੂੰ ਲਾਗੂ ਕੀਤਾ ਗਿਆ, ਕਿੰਨਾ ਟਾਈਮ ਪੀਰੀਅਡ ਲੱਗਿਆ ਸੀ ਅਤੇ ਕਿੰਨਾ ਇਸ ਉੱਤੇ ਖਰਚ ਹੋਇਆ, ਇਹ ਥੋੜ੍ਹੀ ਜਿਹੀ ਆਪਾਂ ਬੇਸਿਕ ਜਾਣਕਾਰੀ ਲਵਾਂਗੇ। ਉਸ ਤੋਂ ਬਾਅਦ ਆਪਣਾ ਜਿਹੜਾ ਅੱਜ ਦਾ ਟੌਪਿਕ ਹੈ ਉਸ ਨੂੰ ਸਟਾਰਟ ਕਰਾਂਗੇ। ਤਾਂ ਭਾਰਤੀ ਸੰਵਿਧਾਨ ਆਪਾਂ ਸਭ ਨੂੰ ਪਤਾ ਹੈ ਜੀ, 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। 26 ਨਵੰਬਰ ਨੂੰ ਆਪਾਂ ਕਾਨੂੰਨ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾਂ। ਜਦੋਂ ਇਹ ਲਾਗੂ ਹੋਇਆ ਤਾਂ ਇਸ ਨੂੰ ਬਣਾਉਣ ਦੇ ਵਿੱਚ 2 ਸਾਲ, ਸਭ ਨੂੰ ਪਤਾ ਹੈ ਜੀ, 2 ਸਾਲ 11 ਮਾਹ ਜਿਹੜਾ ਆਪਣੇ ਮੰਥ ਨੇ ਲੱਗੇ ਅਤੇ 18 ਡੇਜ਼ ਲੱਗੇ ਜੀ। ਇਸ ਤੋਂ ਇਲਾਵਾ ਇਸ ਦੇ ਲਈ 11 ਸਤਰ ਜਿਹੜੇ ਅਲੱਗ-ਅਲੱਗ ਬੁਲਾਏ ਗਏ ਸੀ ਜੀ। ਇਸ ਤੋਂ ਇਲਾਵਾ 165 ਸਭਾਵਾਂ ਕੀਤੀਆਂ ਗਈਆਂ, ਬੈਠਕਾਂ ਜਿਹੜੀਆਂ ਸੀ ਉਹ 165 ਹੋਈਆਂ ਜੀ। ਇਹ ਤੁਸੀਂ ਗੱਲਾਂ ਧਿਆਨ 'ਚ ਰੱਖਣੀਆਂ। ਇਸ ਤੋਂ ਇਲਾਵਾ ਇੱਕ ਪੋਰਸ਼ਨ ਹੋਰ ਪੁੱਛ ਲੈਂਦਾ ਹੈ ਜੀ ਕਿ ਇਸ ਉੱਤੇ ਕਿੰਨਾ ਖਰਚ ਆਇਆ, ਤਾਂ ਤੁਸੀਂ ਦੱਸ ਸਕਦੇ ਹੋ ਇਸ ਉੱਤੇ ਖਰਚ ਆਇਆ ਸੀ ਜਿਹੜਾ ਉਹ ਸੀ ਜੀ 63 ਉਹ ਸੀ ਜੀ 63,96,729 ਰੁਪਏ, ਇਹ ਖਰਚ ਇਹਦੇ ਉੱਤੇ ਆਇਆ ਸੀ ਜੀ। ਇਸ ਤੋਂ ਇਲਾਵਾ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਗੱਲ ਹੈ, ਜਿਹੜੀ ਆਪਣੇ ਹਰ ਐਗਜ਼ਾਮ ਦੇ ਵਿੱਚ ਪੁੱਛ ਲੈਂਦਾ ਹੈ ਜੀ, ਉਹ ਹੈ ਜੀ ਜਦੋਂ ਸੰਵਿਧਾਨ ਲਾਗੂ ਹੋਇਆ ਉਸ ਸਮੇਂ ਇਸ ਵਿੱਚ ਕਿੰਨੇ ਅਨੁਛੇਦ। ਨੈਕਸਟ ਵੀਡੀਓ ਮੇਰਾ ਇਸੇ ਟੌਪਿਕ ਉੱਤੇ ਹੋਵੇਗਾ ਜੀ ਕਿ ਅਨੁਛੇਦ ਕੀ ਹੁੰਦਾ ਹੈ, ਅਨੁਸੂਚੀਆਂ ਕੀ ਹੁੰਦੀ ਹੈ, ਸ਼ਡਿਊਲਸ ਕੀ ਹੁੰਦੇ ਨੇ ਅਤੇ ਭਾਗ ਕੀ ਹੁੰਦੇ ਨੇ। ਤਾਂ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਉਦੋਂ ਇਸ ਵਿੱਚ 395 ਅਨੁਛੇਦ, ਭਾਗ ਜਿਹੜਾ ਆਪਣਾ ਭਾਰਤੀ ਸੰਵਿਧਾਨ ਹਾਲੇ ਤੱਕ ਵੀ 22 ਭਾਗਾਂ ਵਿੱਚ ਵੰਡਿਆ ਹੋਇਆ ਹੈ, ਭਾਗ ਇਹਦੇ 22 ਸਨ, ਅਤੇ ਅਨੁਸੂਚੀਆਂ ਸਨ ਉਹ ਜਿਹੜੀਆਂ ਸਨ ਜੀ ਕਿੰਨੀਆਂ, 8। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਜੀ ਉਹ ਹੈ ਜੀ ਅਨੁਸੂਚੀਆਂ। ਅਤੇ ਭਾਰਤੀ ਸੰਵਿਧਾਨ ਦਾ ਜਿਹੜਾ ਜਨਕ ਹੈ ਜੀ ਉਹ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਵੱਖ-ਵੱਖ ਵਿਦਵਾਨ ਹੋਏ ਹਨ ਉਹਨਾਂ ਨੇ ਵੀ ਆਪਣਾ ਯੋਗਦਾਨ ਦਿੱਤਾ ਸੀ। ਤਾਂ ਅੱਜ ਦਾ ਟੌਪਿਕ ਆਪਾਂ ਸਟਾਰਟ ਕਰਦੇ ਹਾਂ ਜੀ, ਅਨੁਸੂਚੀਆਂ। ਜਦੋਂ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ, ਭਾਰਤੀ ਸੰਵਿਧਾਨ ਵਿੱਚ ਅਨੁਸੂਚੀਆਂ ਦੀ ਗਿਣਤੀ 8 ਸੀ ਜੀ। ਹੁਣ ਇਸ ਦੇ ਵਿੱਚ 8% 12 ਅਨੁਸੂਚੀਆਂ ਹੈ, ਤਾਂ ਇਸ ਦੇ ਵਿੱਚ 4 ਅਨੁਸੂਚੀਆਂ ਜੋੜੀਆਂ ਗਈਆਂ। ਸਭ ਤੋਂ ਪਹਿਲਾਂ ਜਿਹੜੀ ਅਨੁਸੂਚੀ ਹੈ ਜੀ ਉਹ ਭਾਰਤੀ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਕੇ, ਸੋਧ ਕਰਕੇ ਜੀ 1952 ਵਿੱਚ ਜੋੜੀ ਗਈ ਸੀ। ਤਾਂ ਇਸ ਤੋਂ ਇਲਾਵਾ ਤੁਸੀਂ ਮੰਨ ਕੇ ਚੱਲੋ ਜੀ 8 ਜਿਹੜੀ ਅਨੁਸੂਚੀਆਂ ਸੀ ਉਹ 8% ਜਿਹੜੀ ਹੋ ਗਈ ਹੈ ਜੀ 12, ਅਤੇ 9, 10, 11 ਅਤੇ 12 ਇਹ ਨਵੀਂ ਅਨੁਸੂਚੀ ਹੈ ਜੀ। ਤੁਹਾਡੇ ਕੋਲੋਂ ਕੁਐਸਚਨ ਪੁੱਛ ਸਕਦਾ ਹੈ ਜੀ, ਜਦੋਂ ਭਾਰਤੀ ਸੰਵਿਧਾਨ ਲਾਗੂ ਹੋਇਆ ਭਾਰਤੀ ਸੰਵਿਧਾਨ ਵਿੱਚ ਅਨੁਸੂਚੀਆਂ ਦੀ ਗਿਣਤੀ ਕਿੰਨੀ ਸੀ, ਸ਼ਡਿਊਲਸ ਕਿੰਨੇ ਸਨ ਜੀ। ਜੇਕਰ ਤੁਸੀਂ ਅੰਗਰੇਜ਼ੀ ਮੀਡੀਅਮ ਦੇ ਸਟੂਡੈਂਟ ਹੋ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਜੀ, ਸ਼ਡਿਊਲਸ ਹੁੰਦਾ ਹੈ ਜੀ ਅਨੁਸੂਚੀਆਂ, ਜਿਹੜੀ 8 ਅਨੁਸੂਚੀਆਂ ਸਨ ਜਦੋਂ ਭਾਰਤੀ ਸੰਵਿਧਾਨ ਲਾਗੂ ਹੋਇਆ। ਹੁਣ ਇਸ ਦੇ ਵਿੱਚ 12 ਅਨੁਸੂਚੀਆਂ ਹਨ, 9, 10, 11, 12 ਇਸ ਦੇ ਵਿੱਚ ਜੋੜ ਦਿੱਤੀ ਗਈ ਹੈ। ਤਾਂ ਆਪਾਂ ਹਰ ਇੱਕ ਅਨੁਸੂਚੀ ਨੂੰ ਧਿਆਨ ਨਾਲ ਪੜ੍ਹਾਂਗੇ। ਇਸ ਨੂੰ ਪੜ੍ਹਨ ਤੋਂ ਪਹਿਲਾਂ ਇਸ ਦੇ ਲਈ ਮੈਂ ਇੱਕ ਟ੍ਰਿਕ ਬਣਾਈ ਹੈ ਜੀ, ਤੁਸੀਂ ਉਸ ਨੂੰ 2-3 ਵਾਰ ਪੜ੍ਹੋਗੇ ਤੁਹਾਨੂੰ ਸਾਰੀਆਂ ਅਨੁਸੂਚੀਆਂ ਯਾਦ ਹੋ ਜਾਣਗੀਆਂ। ਤਾਂ ਜੀ ਆਪਣੀ
ਟ੍ਰਿਕ ਕੀ ਹੈ ਜੀ। ਤੁਸੀਂ ਇਸ ਨੂੰ 2-3 ਵਾਰ ਪੜ੍ਹਨਾ ਹੈ ਜੀ, ਸਕਰੀਨਸ਼ਾਟ ਇਹਦਾ ਲੈ ਲਓ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਕਾਪੀ ਪੈਨ ਹੈ ਤਾਂ ਤੁਸੀਂ ਇਸ ਨੂੰ ਲਿਖ ਲੈਣਾ ਹੈ ਜੀ। ਤਾਂ ਜੀ ਆਪਣੀ ਅਨੁਸੂਚੀ ਕੀ ਕਹਿੰਦੀ ਹੈ, ਅਨੁਸੂਚੀ ਨੂੰ ਯਾਦ ਕਿਵੇਂ ਕਰਨਾ ਹੈ, ਸਾਰੀ ਅਨੁਸੂਚੀਆਂ ਦਾ ਇਸ ਦੇ ਵਿੱਚ ਨਿਚੋੜ ਹੈ ਜੀ। ਅੱਗੇ ਆਪਾਂ ਸਾਰੀਆਂ ਅਨੁਸੂਚੀਆਂ ਨੂੰ ਪੜ੍ਹਾਂਗੇ। ਤਾਂ ਜੀ ਸਭ ਤੋਂ ਪਹਿਲਾਂ ਇਸ ਦੇ ਵਿੱਚ ਆਪਣਾ ਜਿਹੜਾ ਲਿਖਿਆ ਹੋਇਆ ਹੈ ਉਹ ਹੈ ਜੀ ਸੰਘਰਾਜ। ਤੁਸੀਂ ਇਹ ਕਿਸੇ ਵਿਅਕਤੀ ਦਾ ਨਾਮ ਮੰਨ ਕੇ ਚਲੋ ਜੀ। ਸੰਘਰਾਜ ਇੱਕ ਵਿਅਕਤੀ ਹੈ ਜਿਹੜਾ ਮੁੱਖ ਵਿਅਕਤੀ ਹੈ। ਸੰਘਰਾਜ ਮੁੱਖ ਵਿਅਕਤੀ ਸਬਤ ਚੁੱਕਣ ਰਾਜ ਸਭਾ ਦੀ ਸੀਟਾਂ ਅਨੁਸੂਚਿਤ ਜਾਤੀ ਅਤੇ ਜਨਜਾਤੀ ਦਾ ATTM। ਇਸ ਨੂੰ ਤੁਸੀਂ ATM ਤੋਂ ਯਾਦ ਰੱਖਣਾ ਹੈ ਜੀ। ਯਾਦ ਰੱਖ ਸਕਦੇ ਹੋ ATM, ਠੀਕ ਹੈ। ATM ਡਬਲ M ਲਗਾ ਦੇਣਾ ਜੀ। ਜਿਹੜਾ ATM ਹੁੰਦਾ ਹੈ ਉਸ ਨੂੰ ਤੁਸੀਂ M ਡਬਲ ਲਗਾ ਦੇਣਾ ਜੀ। ਇਹ ਮੈਂ ਦੱਸਾਂਗਾ ਕੀ ਚੀਜ਼ ਹੈ ਜੀ। ATM ਦਾ ਮਤਲਬ ਇੱਥੇ ਕੀ ਹੈ। ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਵੰਡਣਾ, ਵੱਖ-ਵੱਖ ਭਾਸ਼ਾਵਾਂ ਵਿੱਚ ਭੂਮੀ ਸੁਧਾਰ, ਦਲ ਬਦਲ ਕਾਨੂੰਨ, ਪੰਚਾਇਤੀ ਅਤੇ ਨਗਰਪਾਲਿਕਾਵਾਂ ਨੂੰ ਦੱਸਣਾ। ਹੁਣ ਜੀ ਇਹ ਸੰਘ ਰਾਜ ਹੈ, ਇਹ ਪਹਿਲੀ ਅਨੁਸੂਚੀ ਹੈ। ਮੁੱਖ ਵਿਅਕਤੀ ਦੂਸਰੀ ਅਨੁਸੂਚੀ ਹੈ। ਸਬਤ ਚੁੱਕਣਾ ਤੀਜੀ ਤੇ ਰਾਜ ਸਭਾ ਚੌਥੀ, ਇਹ 5ਵੀਂ ਅਨੁਸੂਚੀ ਹੈ ਜੀ। ਇਹ 6ਵੀਂ ਅਨੁਸੂਚੀ ਹੈ। ਸੰਘ ਰਾਜ 7ਵੀਂ ਅਨੁਸੂਚੀ ਹੈ ਜੀ। ਵਿਚਕਾਰ ਸ਼ਕਤੀਆਂ ਵੰਡਣਾ, ਭਾਸ਼ਾਵਾਂ ਦੀ ਜਿਹੜੀ ਹੈ ਜੀ 8ਵੀਂ ਅਨੁਸੂਚੀ ਹੈ। ਭੂਮੀ ਸੁਧਾਰ ਹੈ ਜਿਹੜਾ 9ਵੀਂ ਹੈ ਜੀ। ਦਲ ਬਦਲ ਹੈ ਜੀ 10ਵੀਂ ਅਨੁਸੂਚੀ ਹੈ। ਪੰਚਾਇਤੀ ਰਾਜ 11ਵੀਂ ਤੇ ਨਗਰਪਾਲਿਕਾ 12ਵੀਂ। ਤੁਸੀਂ ਅਨੁਸੂਚੀ ਨੂੰ ਇਸ ਤਰੀਕੇ ਦੇ ਨਾਲ ਯਾਦ ਕਰ ਸਕਦੇ ਹੋ। ਤੁਸੀਂ ਇਸ ਨੂੰ 2-3 ਵਾਰ ਪੜ੍ਹੋਗੇ, ਉਸ ਤੋਂ ਬਾਅਦ ਤੁਹਾਨੂੰ ਯਾਦ ਹੋ ਜਾਏਗਾ। ਤੁਸੀਂ ਇਸ ਦਾ ਸਕਰੀਨਸ਼ਾਟ ਲੈ ਲਓ ਜੀ, ਕਾਪੀ ਵਿੱਚ ਲਿਖ ਲਓ। ਇਸ ਤੋਂ ਬਾਅਦ ਤੁਹਾਨੂੰ ਯਾਦ ਹੋ ਜਾਏਗਾ ਕਿ ਇਸ ਨੂੰ ਤੁਸੀਂ ਸੰਘਰਾਜ ਇੱਕ ਵਿਅਕਤੀ ਮੰਨਣਾ ਹੈ ਜੀ। ਜਿਹੜਾ ਮੁੱਖ ਵਿਅਕਤੀ ਹੈ ਉਹ ਸਬਤ ਚੁੱਕਣ ਰਾਜ ਸਭਾ ਦੀ ਸੀਟਾਂ ਦੇ ਲਈ ਅਨੁਸੂਚਿਤ ਜਾਤੀ ਅਤੇ ਜਨਜਾਤੀ ਦਾ ATM ਜਿਹੜਾ ਲੈ ਕੇ ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਵੰਡਣ, ਵੱਖ-ਵੱਖ ਭਾਸ਼ਾਵਾਂ ਵਿੱਚ ਕਿੱਥੇ ਗਿਆ ਜੀ। ਭੂਮੀ ਸੁਧਾਰ, ਦਲ ਬਦਲ ਕਾਨੂੰਨ ਬਾਰੇ ਪੰਚਾਇਤੀ ਰਾਜਾਂ ਨਗਰਪਾਲਿਕਾਵਾਂ ਨੂੰ ਦੱਸਣ ਗਿਆ। ਤਾਂ ਤੁਸੀਂ ਇਸ ਤਰੀਕੇ ਦੇ ਨਾਲ ਯਾਦ ਕਰ ਸਕਦੇ ਹੋ। ਤਾਂ ਜੀ ਪਹਿਲੀ ਆਪਣੀ ਅਨੁਸੂਚੀ ਕੀ ਹੈ ਜੀ। ਭਾਰਤੀ ਸੰਵਿਧਾਨ ਵਿੱਚ ਅਨੁਸੂਚੀ ਪਹਿਲੀ ਕੀ ਹੈ ਜੀ। ਤਾਂ ਇਸ ਅਨੁਸੂਚੀ ਵਿੱਚ ਕਿਹਾ ਗਿਆ ਜੀ ਸੰਘ ਅਤੇ ਉਸ ਦਾ ਰਾਜ ਖੇਤਰ। ਇਸ ਵਿੱਚ ਭਾਰਤ ਦੇ 28 ਰਾਜ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਵਰਣਨ ਕੀਤਾ ਗਿਆ ਹੈ। ਆਪਾਂ ਸਭ ਨੂੰ ਪਤਾ ਹੈ ਜੀ। ਇੱਥੇ ਤੁਹਾਨੂੰ ਬਾਰ-ਬਾਰ ਇੱਕ ਸ਼ਬਦ ਆਏਗਾ, ਤੁਸੀਂ ਕਨਫਿਊਜ਼ ਨਹੀਂ ਹੋ। ਸੰਘ ਦਾ ਮਤਲਬ ਹੈ ਜੀ ਸੈਂਟਰਲ ਗਵਰਨਮੈਂਟ, ਜਿਹੜੀ ਕੇਂਦਰੀ ਸਰਕਾਰ ਹੈ। ਅਤੇ ਉਸ ਦੇ ਰਾਜ ਦਾ ਮਤਲਬ ਇੱਥੇ ਹੋਏਗਾ ਜੀ ਸਟੇਟ ਗਵਰਨਮੈਂਟ। ਤੁਸੀਂ ਇਸ ਨੂੰ CG ਅਤੇ SG ਦੇ ਨਾਂ ਤੋਂ ਪੜ੍ਹ ਸਕਦੇ ਹੋ। ਸੰਘ ਅਤੇ ਰਾਜਾਂ ਦਾ ਖੇਤਰ, ਇਸ ਵਿੱਚ ਭਾਰਤ ਦੇ 28 ਰਾਜ। ਇਸ ਅਨੁਸੂਚੀ ਵਿੱਚ ਦੱਸਿਆ ਗਿਆ ਹੈ ਕਿ ਭਾਰਤ ਦੇ 28 ਰਾਜ ਹਨ ਅਤੇ 9 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਆਪਾਂ ਨੂੰ ਪਤਾ ਹੈ ਜੀ ਜੰਮੂ ਕਸ਼ਮੀਰ ਅਤੇ ਲੇਹ ਲਦਾਖ ਨੂੰ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਤਾਂ ਜੀ 28 ਰਾਜ ਦੁਬਾਰਾ ਹੋ ਗਏ, ਜਿਹੜੇ 29 ਸੀ ਹੁਣ ਉਹ 28 ਹੋ ਗਏ ਹਨ। ਇਹ ਵੀ ਤੁਸੀਂ ਕਰੰਟ ਅਫੇਅਰ ਦਾ ਕੁਐਸਚਨ ਹੈ, ਤੁਸੀਂ ਯਾਦ ਰੱਖ ਸਕਦੇ ਹੋ। ਤੁਸੀਂ ਕਮੈਂਟ ਬਾਕਸ ਵਿੱਚ ਇੱਕ ਜਾਣਕਾਰੀ ਦੇਣੀ ਹੈ ਜੀ ਕਿ ਲੇਹ ਲਦਾਖ ਦੀ ਜਿਹੜੀ ਕੈਪੀਟਲ ਹੈ ਉਹ ਕੀ ਹੈ। ਤੁਸੀਂ ਵੀਡੀਓ ਨੂੰ ਪੂਰਾ ਵੇਖਣਾ ਹੈ। ਇਸ ਦੇ ਵਿੱਚ ਤੁਹਾਨੂੰ ਹਰ ਪ੍ਰਕਾਰ ਦੀ ਕਰੰਟ ਅਫੇਅਰ ਦੇ ਨਾਲ ਨਾਲ ਜਿਹੜੀ ਕਨਸਟੀਟਿਊਸ਼ਨ ਆਫ ਇੰਡੀਆ ਦੀ ਬੇਸਿਕ ਜਾਣਕਾਰੀ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ। ਦੂਜੀ ਜਿਹੜੀ ਆਪਣੀ ਅਨੁਸੂਚੀ ਹੈ ਜੀ ਉਸ ਦੇ ਵਿੱਚ ਕੀ ਕਿਹਾ ਗਿਆ ਹੈ। ਇਸ ਵਿੱਚ ਦੂਜੀ ਅਨੁਸੂਚੀ ਦੇ ਵਿੱਚ ਕੀ ਕਿਹਾ ਜੀ। ਇਸ ਵਿੱਚ ਭਾਰਤ ਦੇ ਮੁੱਖ ਪਦਾਂ ਉੱਤੇ ਵਿਰਾਜਮਾਨ ਅਧਿਕਾਰੀਆਂ ਦਾ ਵੇਤਨ, ਭੱਤਾ, ਪੈਨਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਜਿਹੜੇ ਮੁੱਖ ਅਧਿਕਾਰੀ ਹਨ ਉਹਨਾਂ ਦਾ ਵੇਤਨ ਕਿੰਨਾ ਹੋਏਗਾ, ਉਹਨਾਂ ਦਾ ਭੱਤਾ ਕਿੰਨਾ ਹੋਏਗਾ, ਉਹਨਾਂ ਦੀ ਪੈਨਸ਼ਨ ਕਿੰਨੀ ਹੋਏਗੀ, ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਇਸ ਦੇ ਵਿੱਚ ਮੈਂ ਦੱਸ ਦਿੰਦਾ ਜੀ ਮੁੱਖ ਅਧਿਕਾਰੀ ਅਤੇ ਮੁੱਖ ਪਦਾਂ ਉੱਤੇ ਵਿਰਾਜਮਾਨ। ਇੱਥੇ ਹੈ ਜੀ ਰਾਸ਼ਟਰਪਤੀ, ਤੁਸੀਂ ਯਾਦ ਰੱਖ ਸਕਦੇ ਹੋ ਰਾਸ਼ਟਰਪਤੀ ਹੈ ਜੀ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਇਸ ਤੋਂ ਇਲਾਵਾ ਪ੍ਰਧਾਨ ਮੰਤਰੀ, ਉਸ ਦਾ ਮੰਤਰੀ ਮੰਡਲ, ਲੋਕ ਸਭਾ ਦਾ ਸਪੀਕਰ, ਰਾਜ ਸਭਾ ਦਾ ਸਪੀਕਰ, ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜ ਸਾਹਿਬਾਨ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ ਜੀ। ਇਸ ਦੇ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੰਤਰੀ ਪਰਿਸ਼ਦ, ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜ ਅਤੇ CAG ਜਿਹੜਾ ਹੁੰਦਾ ਹੈ ਜੀ। CAG ਕੰਪਟਰੋਲਰ ਆਡੀਟਰ ਜਨਰਲ ਹੁੰਦਾ ਹੈ ਜੀ। ਉਸ ਦਾ ਜਿਹੜਾ ਵੇਤਨ ਭੱਤਾ ਹੈ ਉਹਨਾਂ ਦੇ ਬਾਰੇ ਜਾਣਕਾਰੀ ਤੁਹਾਨੂੰ ਅਨੁਸੂਚੀ 2 ਵਿੱਚ ਮਿਲਦੀ ਹੈ ਜੀ ਕਿ ਕਿੰਨੀ ਇਹਨਾਂ ਦੀ ਤਨਖਾਹ ਹੋਏਗੀ, ਕਿੰਨਾ ਇਹਨਾਂ ਨੂੰ ਭੱਤੇ ਮਿਲਣਗੇ ਤੇ ਇਹਨਾਂ ਦੀ ਜਦੋਂ ਇਹ ਸੰਸਦ ਦੇ ਵਿੱਚ ਮੈਂਬਰ ਨਹੀਂ ਹੋਣਗੇ ਜਾਂ ਰਾਸ਼ਟਰਪਤੀ ਦੇ ਪਦ ਤੋਂ ਜਾਂ ਉਪ ਰਾਸ਼ਟਰਪਤੀ ਦੇ ਪਦ ਤੋਂ ਹਟ ਜਾਣਗੇ, ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਕਿੰਨੀ ਹੋਏਗੀ। ਤਾਂ ਅਨੁਸੂਚੀ ਤੀਜੀ ਵਿੱਚ ਕੀ ਕਿਹਾ ਗਿਆ ਜੀ ਉਹ ਆਪਾਂ ਪੜ੍ਹਦੇ ਹਾਂ। ਅਨੁਸੂਚੀ ਤੀਜੀ ਵਿੱਚ ਕਿਹਾ ਗਿਆ ਜੀ ਭਾਰਤ ਦੇ ਮੁੱਖ ਅਧਿਕਾਰੀ ਅਤੇ ਸੰਸਦ ਮੈਂਬਰਾਂ ਦੇ ਸਹੁੰ ਜਿਹੜੀ ਚੁੱਕਦੇ ਆ ਜੀ, ਓਥ ਜਿਹੜੀ ਲੈਂਦੇ ਹੈ, ਜਿਹੜੀ ਸ਼ਪਥ ਲੈਂਦੇ ਹੈ ਜੀ, ਉਹ ਕਿਵੇਂ ਚੁੱਕੀ ਜਾਏਗੀ ਤੇ ਉਹਨਾਂ ਨੂੰ ਕੌਣ ਚੁਕਾਏਗਾ, ਇਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਜੀ। ਇਹ ਮੋਸਟ ਇੰਪੋਰਟੈਂਟ ਹੈ ਜੀ। ਭਾਰਤ ਦੇ ਜੋ ਵੀ ਜਿਹੜੇ ਕੌਣ ਹੈ ਜੀ
ਚਾਹੇ ਭਾਰਤ ਦਾ ਪ੍ਰੈਜ਼ੀਡੈਂਟ ਹੋਵੇ, ਰਾਸ਼ਟਰਪਤੀ ਹੋਵੇ, ਚਾਹੇ ਉਪ ਰਾਸ਼ਟਰਪਤੀ ਹੋਵੇ, ਪ੍ਰਧਾਨ ਮੰਤਰੀ ਹੋਵੇ, ਸੰਸਦ ਦੇ ਜਿਹੜੇ ਮੈਂਬਰ ਹੋਣ ਜੀ, MP MLAs ਹੋਣ, ਉਹਨਾਂ ਨੂੰ ਕੌਣ ਜੀ ਸ਼ਪਥ ਚੁਕਾਉਂਦਾ ਹੈ ਅਤੇ ਉਹਨਾਂ ਨੂੰ ਜਿਹੜੀ ਸ਼ਪਥ ਚੁੱਕਣ ਤੋਂ ਬਾਅਦ ਹੈ ਉਹ ਇੱਕ ਮੈਂਬਰ ਬਣ ਜਾਂਦੇ ਹਨ। ਤਾਂ ਇਹ ਗੱਲ ਤੁਸੀਂ ਧਿਆਨ ਰੱਖਣੀ ਹੈ ਜੀ। ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ, ਹਾਈ ਕੋਰਟ ਦਾ ਜੱਜ ਹੈ, CAG ਹੈ ਜੀ, ਇਸ ਤੋਂ ਇਲਾਵਾ ਸੰਸਦ ਦੇ ਜਿਹੜੇ ਮੈਂਬਰ ਨੇ ਰਾਜ ਸਭਾ ਅਤੇ ਲੋਕ ਸਭਾ ਦੇ, ਉਹਨਾਂ ਨੂੰ ਸ਼ਪਥ ਕੌਣ ਚੁਕਾਉਂਦਾ ਹੈ, ਇਹ ਅਨੁਸੂਚੀ 3 ਵਿੱਚ ਦੱਸਿਆ ਗਿਆ ਹੈ। ਤਾਂ ਜੀ ਤੁਸੀਂ ਆਪਣੀ ਟ੍ਰਿਕ ਤੋਂ ਯਾਦ ਰੱਖ ਸਕਦੇ ਹੋ, ਸੰਘ ਰਾਜ ਹੋ ਗਿਆ, ਉਸ ਤੋਂ ਬਾਅਦ ਕੀ ਹੋ ਗਿਆ ਜੀ, ਮੁੱਖ ਵਿਅਕਤੀ ਜਿਹੜਾ ਪੱਤਾ ਅਤੇ ਉਹ ਸੀ ਜੀ। ਉਸ ਤੋਂ ਬਾਅਦ ਤੀਜਾ ਆਪਣਾ ਆ ਗਿਆ ਜੀ ਸਹੁੰ ਚੁੱਕਣ ਦਾ ਜਿਹੜਾ ਹੈ ਉਹ। ਹਾਂਜੀ, 4 ਜਿਹੜੀ ਅਨੁਸੂਚੀ ਹੈ ਉਹਦੇ ਵਿੱਚ ਕੀ ਕਿਹਾ ਗਿਆ ਜੀ, ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਹੋਣਗੀਆਂ। ਤਾਂ ਰਾਜ ਸਭਾ ਦੀ ਸੀਟਾਂ ਕਿੰਨੀਆਂ ਹੋਣਗੀਆਂ, ਇਹ ਜਨਸੰਖਿਆ ਦੇ ਆਧਾਰ ਉੱਤੇ ਹਰ ਵਰਸ ਜਿਹੜੀ ਜੀ ਇਹ ਜੀ ਇੱਕ ਵਰਸ ਨਿਰਧਾਰਿਤ ਕਰ ਦਿੱਤੀ ਜਾਂਦੀ ਹੈ। ਇਸ ਦੇ ਵਿੱਚ ਹੁਣ ਜੀ ਰਾਜ ਸਭਾ ਦੀ ਜਿਹੜੀ ਸੀਟਾਂ ਨੇ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਰਾਜ ਸਭਾ ਦੀਆਂ ਸੀਟਾਂ ਕਿੰਨੀਆਂ ਨੇ ਅਤੇ ਉਹਨਾਂ ਉੱਤੇ ਕਿੰਨੀਆਂ ਅਜੇ ਤੱਕ ਖਾਲੀ ਪਈਆਂ ਨੇ। ਤਾਂ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਨੇ, ਤੁਸੀਂ ਇਸ ਬਾਰੇ ਜੇਕਰ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਅਨੁਸੂਚੀ 4 ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਰਾਜ ਸਭਾ ਦੇ ਮੈਂਬਰ ਕਿੰਨੇ ਚੁਣੇ ਜਾਣਗੇ। ਅਨੁਸੂਚੀ 5 ਹੈ ਜੀ, ਇਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੇ ਸੰਬੰਧਿਤ ਪੂਰੀ ਜਾਣਕਾਰੀ ਮਿਲਦੀ ਹੈ ਜੀ। ਅਨੁਸੂਚਿਤ ਜਿਹੜੇ ਜੀ SC ST ਨੇ ਜੀ, ਉਹਨਾਂ ਦੀ ਪੂਰੀ ਜਾਣਕਾਰੀ ਮਿਲਦੀ ਹੈ। ਉਹਨਾਂ ਦੇ ਜੋ ਵੀ ਕਾਨੂੰਨ ਬਣਦੇ ਹਨ ਅਨੁਸੂਚੀ 5 ਨੂੰ ਧਿਆਨ ਵਿੱਚ ਰੱਖ ਕੇ ਕਾਨੂੰਨ ਬਣਾਏ ਜਾਂਦੇ ਹਨ। ਜੇਕਰ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਅਨੁਸੂਚੀ 5 ਦਾ ਜਿਹੜਾ ਪੂਰੀ ਹੈ ਜੀ ਉਹ ਹਵਾਲਾ ਦਿੱਤਾ ਜਾਂਦਾ ਹੈ। ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਬਣਾਉਣ ਤੋਂ ਪਹਿਲਾਂ ਅਨੁਸੂਚੀ 5 ਦੇ ਵਿੱਚ ਜੋ ਵੀ ਸੰਸ਼ੋਧਨ ਕਰਨਾ ਹੁੰਦਾ ਹੈ ਜੀ, ਜੋ ਵੀ ਚੇਂਜ ਕਰਨੇ ਹੁੰਦੇ ਕਾਨੂੰਨ ਦੇ ਵਿੱਚ, ਅਨੁਸੂਚੀ 5 ਦੀ ਅਨੁਪਾਲਨਾ ਕਰਨੀ ਪੈਂਦੀ ਹੈ ਜੀ, ਉਸ ਨੂੰ ਫੋਲੋ ਕਰਨਾ ਪੈਂਦਾ ਹੈ। ਹੁਣ ਅੱਗੇ ਹੈ ਜੀ ਅਨੁਸੂਚੀ 6, ਜਿਸ ਦੇ ਲਈ ਮੈਂ ਇੱਕ ਟ੍ਰਿਕ ਵੀ ਦੱਸੀ ਹੈ, ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋ। ਬਿਲਕੁਲ ਈਜ਼ੀ ਹੈ ਜੀ, ਤੁਹਾਨੂੰ ਕਦੇ ਵੀ ਤਕਲੀਫ ਨਹੀਂ ਹੈ ਕਿ ਤੁਸੀਂ ATMM ਤੋਂ ਯਾਦ ਰੱਖਣਾ ਹੈ ਜੀ। ਇਹ ਕੀ ਹੈ ਜੀ, ਇਸ ਵਿੱਚ ਅਸਮ, A ਤੋਂ ਅਸਮ ਹੋ ਜਾਏਗਾ ਜੀ, T ਤੋਂ ਹੋ ਜਾਏਗਾ ਜੀ ਮੇਘਾਲਿਆ, ਮਿਜ਼ੋਰਮ ਹੋ ਜਾਏਗਾ ਜੀ M ਤੋਂ, ਅਤੇ ਤ੍ਰਿਪੁਰਾ ਹੋ ਜਾਏਗਾ ਜੀ ਤੁਹਾਡਾ M ਤੋਂ, T ਤੋਂ ਹੋ ਜਾਏਗਾ ਜੀ ਤ੍ਰਿਪੁਰਾ, ਥੋੜਾ ਜਿਹਾ ਮੈਚ ਹੋ ਗਿਆ ਜੀ, T ਤੋਂ ਹੋ ਜਾਏਗਾ ਤ੍ਰਿਪੁਰਾ, T ਤੋਂ ਤੁਸੀਂ ਬਣਾ ਲੈਣਾ ਹੈ ਜੀ ਤ੍ਰਿਪੁਰਾ, M ਤੋਂ ਹੋ ਜਾਏਗਾ ਤੁਹਾਡਾ ਮੇਘਾਲਿਆ ਅਤੇ M ਤੋਂ ਫਿਰ ਹੋ ਜਾਏਗਾ ਮਿਜ਼ੋਰਮ। ਤਾਂ ਤੁਸੀਂ ATMM ਤੋਂ ਯਾਦ ਰੱਖ ਸਕਦੇ ਹੋ। ਇਸ ਦੇ ਵਿੱਚ ਜਨਜਾਤੀ ਦੇ ਖੇਤਰਾਂ ਦੀ ਜਿਹੜਾ ਪ੍ਰਸ਼ਾਸਨ ਹੈ, ਜਿਹੜਾ ਉਹਨਾਂ ਦਾ ਕੰਟਰੋਲ ਹੈ ਜੀ, ਉਹ ਕਿਵੇਂ ਕੀਤਾ ਜਾਏਗਾ, ਇਹ ਅਨੁਸੂਚੀ 6 ਵਿੱਚ ਦੱਸਿਆ ਗਿਆ ਹੈ। ਤਾਂ ਅਨੁਸੂਚੀ 6 ਵਿੱਚ ਜਿਹੜਾ ਅਸਮ, ਮੇਘਾਲਿਆ, ਮਿਜ਼ੋਰਮ ਅਤੇ ਤ੍ਰਿਪੁਰਾ ਹੈ ਜੀ, ਉਹਨਾਂ ਦੀ ਜਿਹੜੀ ਜਨਜਾਤੀ ਹੈ, ਉਹਨਾਂ ਦਾ ਜਿਹੜਾ ਖੇਤਰ ਹੈ ਜੀ, ਉਹਨਾਂ ਨੂੰ ਕਿੰਨਾ ਜੰਗਲ ਦਾ ਇਲਾਕਾ ਦਿੱਤਾ ਗਿਆ, ਉਹਨਾਂ ਦੇ ਲਈ ਕੀ ਕਾਨੂੰਨ ਹੋਣਗੇ, ਉਹਨਾਂ ਦੇ ਉੱਤੇ ਕਿਸ ਤਰੀਕੇ ਦੀ ਅਨੁਪਾਲਨਾ ਕੀਤੀ ਜਾਏਗੀ, ਕਿਸ ਤਰੀਕੇ ਦਾ ਉਹਨਾਂ ਦੇ ਉੱਤੇ ਕੰਟਰੋਲ ਹੋਏਗਾ, ਇਹ ਅਨੁਸੂਚੀ 6 ਵਿੱਚ ਦੱਸਿਆ ਗਿਆ ਹੈ। ਨੈਕਸਟ ਅਨੁਸੂਚੀ ਜੀ ਮੋਸਟ ਇੰਪੋਰਟੈਂਟ ਅਨੁਸੂਚੀ ਹੈ ਜੀ ਅਨੁਸੂਚੀ 7। ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਯਾਦ ਰੱਖ ਸਕਦੇ ਹੋ। ਅਨੁਸੂਚੀ 7 ਹੈ ਜੀ, ਕਹਿੰਦੀ ਤਾਂ ਸਾਥ ਦਾ ਹੈ ਜੀ, ਨਾਲ ਰਹਿਣ ਦੀ ਗੱਲ ਕਰਦੀ ਹੈ, ਪਰ ਇਹ ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਦਾ ਵਰਣਨ ਕਰਦੀ ਹੈ। ਮੋਸਟ ਇੰਪੋਰਟੈਂਟ, ਸਭ ਤੋਂ ਇੰਪੋਰਟੈਂਟ ਹੈ ਜੀ। ਇਸ ਦੇ ਵਿੱਚ ਸੰਘ ਅਤੇ ਰਾਜ, ਜਿਹੜੀ ਸੈਂਟਰ ਗੌਰਮੈਂਟ ਅਤੇ ਸਟੇਟ ਗੌਰਮੈਂਟ ਹੈ ਜੀ, ਜਿਵੇਂ ਪੰਜਾਬ ਅਤੇ ਸੈਂਟਰ ਗੌਰਮੈਂਟ, ਜਿਵੇਂ ਜੀ ਮੋਦੀ ਜੀ ਦੀ ਸਰਕਾਰ ਹੈ, ਉਸ ਦੇ ਉੱਤੇ ਜੋ ਵੀ ਕਾਨੂੰਨ ਬਣਦੇ ਹਨ, ਉਸ ਦੀ ਜਿਹੜੀ ਸ਼ਕਤੀਆਂ ਹੈ ਉਹ ਵੰਡੀਆਂ ਹੋਈਆਂ ਹਨ। ਅਨੁਸੂਚੀ 7 ਹੈ ਜੀ, ਇਹ ਮੋਸਟ ਇੰਪੋਰਟੈਂਟ ਹੈ। ਇਸ ਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਜੀ, ਅਨੁਸੂਚੀ 7 ਨੂੰ ਅੱਗੇ 3 ਭਾਗਾਂ ਵਿੱਚ ਵੰਡਿਆ ਹੋਇਆ ਹੈ, ਜਿਹੜੀ ਕੀ ਹੈ ਜੀ, ਇੱਕ ਹੈ ਜੀ ਇਸ ਦੇ ਵਿੱਚ ਜਿਹੜੀ ਲਿਸਟ ਹੈ ਉਸ ਦੇ ਉੱਤੇ ਸੰਘ ਕਾਨੂੰਨ ਬਣਾਉਂਦਾ ਹੈ, ਇੱਕ ਹੈ ਜੀ ਸੰਘ ਸੂਚੀ, ਇੱਕ ਹੈ ਜੀ ਰਾਜ ਸੂਚੀ, ਅਤੇ ਇੱਕ ਹੈ ਜੀ ਤੁਹਾਡੀ ਸੰਘ ਅਤੇ ਰਾਜ ਦੋਨਾਂ ਦੀ ਸੂਚੀ। ਤਾਂ ਸੰਘ ਸੂਚੀ ਦੇ ਉੱਤੇ ਸਿਰਫ ਅਤੇ ਸਿਰਫ ਕੌਣ ਕਾਨੂੰਨ ਬਣਾਉਂਦਾ ਹੈ ਜੀ, ਸੈਂਟਰ ਗੌਰਮੈਂਟ ਕਾਨੂੰਨ ਬਣਾਉਂਦੀ ਹੈ। ਰਾਜ ਸੂਚੀ ਉੱਤੇ ਜਿਹੜੀ ਸਟੇਟ ਗੌਰਮੈਂਟ ਕਾਨੂੰਨ ਬਣਾਉਂਦੀ ਹੈ, ਅਤੇ ਸੰਘ ਅਤੇ ਰਾਜ ਸੂਚੀ ਜਿਹੜੀ ਦੋਨਾਂ ਦੇ ਉੱਤੇ ਕਾਨੂੰਨ ਬਣਾਉਂਦੀ ਹੈ ਜੀ, ਉਹ ਮਿਲ ਕੇ ਬਣਾਉਂਦੀ ਹੈ ਜੀ। ਜਿਹੜੀ ਆਪਣੀ ਐਜੂਕੇਸ਼ਨ ਹੈ ਜੀ, ਉਹ ਕਨਕਰੈਂਟ ਲਿਸਟ ਦੇ ਵਿੱਚ ਹੈ ਜੀ, ਜਿਹੜੀ ਤੀਜੀ ਆਪਣੀ ਅਨੁਸੂਚੀ ਹੈ, ਸੰਘ ਅਤੇ ਰਾਜ ਜੋ ਮਿਲ ਕੇ ਬਣਾਉਂਦੇ ਹਨ ਉਸ ਦੇ ਉੱਤੇ ਬਣਾਉਂਦੇ ਹਨ। ਤਾਂ ਜੀ ਐਜੂਕੇਸ਼ਨ ਜਿਹੜੀ ਹੈ ਆਪਣੀ ਕਨਕਰੈਂਟ ਲਿਸਟ ਦੇ ਵਿੱਚ ਆਉਂਦੀ ਹੈ, ਜਿਸ ਉੱਤੇ ਸੰਘ ਅਤੇ ਰਾਜ ਦੋਵੇਂ ਮਿਲ ਕੇ ਬਣਾਉਂਦੇ ਹਨ। ਅਨੁਸੂਚੀ 7 ਨੂੰ ਮੈਂ ਨੈਕਸਟ ਵੀਡੀਓ ਬਣਾ ਕੇ ਸਪੈਸ਼ਲੀ ਪੂਰਾ ਰਿਵਾਈਜ਼ ਕਰ ਦਿਆਂਗਾ ਕਿ ਅਨੁਸੂਚੀ 7 ਵਿੱਚ ਕੀ ਦਿੱਤਾ ਗਿਆ। ਤਾਂ ਨੈਕਸਟ ਆਪਣਾ ਹੈ ਜੀ ਅਨੁਸੂਚੀ 8। ਅਨੁਸੂਚੀ 8 ਵੀ ਮੋਸਟ ਇੰਪੋਰਟੈਂਟ ਹੈ ਜੀ। ਅਨੁਸੂਚੀ 8 ਵਿੱਚ ਕੀ ਕਿਹਾ ਗਿਆ ਉਹ ਆਪਾਂ ਪੜ੍ਹ। ਅਨੁਸੂਚੀ ਜਿਹੜੀ 8 ਹੈ ਜੀ, ਇਸ ਵਿੱਚ ਭਾਸ਼ਾਵਾਂ ਦਾ ਵਰਣਨ ਕੀਤਾ ਗਿਆ ਹੈ ਕਿ ਭਾਰਤ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜੀ। ਤਾਂ ਜੀ ਤੁਸੀਂ
ਇਹ ਜਿਹੜੀ ਜਦੋਂ ਇਹ ਅਨੁਸੂਚੀ ਬਣੀ ਸੀ, ਇਸ ਦੇ ਵਿੱਚ ਸ਼ੁਰੂ ਵਿੱਚ 14 ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਸੀ, ਜਿਸ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਸੀ ਜੀ। ਤਾਂ ਹੁਣ ਇਸ ਦੇ ਵਿੱਚ ਕਿੰਨੀ ਹੈ ਜੀ 8%, ਇਸ ਦੇ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ ਜੀ। ਮੋਸਟ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੈ ਜੀ, ਜਿਹੜੇ ਮਾਸਟਰ ਕੈਡਰ ਜਾਂ ਈਟੀਟੀ ਸੈਕੰਡ ਈਅਰ ਦੇ ਜਿਹੜੇ MCQs ਬੇਸਡ ਕੁਐਸਚਨ ਆਉਂਦਾ ਹੈ ਜੀ, ਉਸ ਦੇ ਵਿੱਚ ਪੁੱਛ ਲੈਂਦਾ ਹੈ ਕਿ ਭਾਸ਼ਾਵਾਂ ਬਾਰੇ ਵਰਣਨ ਕਿਹੜੀ ਅਨੁਸੂਚੀ ਵਿੱਚ ਮਿਲਦਾ ਹੈ। ਤਾਂ ਅਨੁਸੂਚੀ 8 ਵਿੱਚ ਮਿਲਦਾ ਹੈ ਜੀ। ਸ਼ੁਰੂ ਦੇ ਵਿੱਚ ਕਿੰਨੀ ਭਾਸ਼ਾਵਾਂ ਸ਼ਾਮਿਲ ਸਨ, ਤਾਂ ਜੀ 14 ਭਾਸ਼ਾਵਾਂ ਸਨ, ਤੇ ਹੁਣ ਕਿੰਨੀ ਹੈ ਜੀ, ਹੁਣ 22 ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਭਾਰਤ ਦੀ ਜਿਹੜੀ ਰਾਸ਼ਟਰੀ ਭਾਸ਼ਾ ਹੈ ਉਹ ਹਿੰਦੀ ਹੈ ਜੀ। ਕਮਿਊਨੀਕੇਸ਼ਨ ਲੈਂਗੁਏਜ ਹੈ ਉਹ ਜਿਹੜੀ ਇੰਗਲਿਸ਼ ਹੈ ਜੀ। ਇਸ ਤੋਂ ਇਲਾਵਾ ਸਭ ਤੋਂ ਪੁਰਾਣੀ ਤੁਹਾਡੇ ਕੋਲੋਂ ਲੈਂਗੁਏਜ ਪੁੱਛੇ ਤਾਂ ਉਹ ਸੰਸਕ੍ਰਿਤ ਹੈ ਜੀ, ਜਿਸ ਨੂੰ ਕਿ ਇਸ ਦੇ ਵਿੱਚ ਸ਼ਾਮਿਲ 14 ਭਾਸ਼ਾਵਾਂ ਦੇ ਵਿੱਚ ਕੀਤਾ ਹੋਇਆ ਹੈ ਜੀ। ਨੈਕਸਟ ਜਿਹੜੀ ਆਪਣੀ ਅਨੁਸੂਚੀ ਹੈ ਜੀ, ਅਨੁਸੂਚੀ 9 ਹੈ, ਇਹ ਹੈ ਜੀ ਭੂਮੀ ਸੁਧਾਰ। ਤਾਂ ਇਹ ਮੋਸਟ ਇੰਪੋਰਟੈਂਟ ਇਸ ਕਰਕੇ ਹੋ ਜਾਂਦੀ ਹੈ ਕਿਉਂਕਿ ਜੀ ਜਿਹੜਾ ਭਾਰਤ ਦਾ ਪਹਿਲਾ ਸੰਵਿਧਾਨ ਸੰਸ਼ੋਧਨ ਹੋਇਆ ਸੀ, ਸੰਸ਼ੋਧਨ ਦਾ ਮਤਲਬ ਇਹ ਹੁੰਦਾ ਹੈ ਜੀ ਕਿ ਕੁਝ ਕਮੀਆਂ, ਜੇਕਰ ਕੁਝ ਸੁਧਾਰ ਕਰਨਾ ਹੋਵੇ ਤਾਂ ਜੀ ਉਸ ਦੇ ਵਿੱਚ ਤੁਸੀਂ ਕੁਝ ਸੰਸ਼ੋਧਨ ਕਰ ਲੈਂਦੇ ਹੋ। ਤਾਂ 1951, ਸੌਰੀ ਜੀ ਮੈਂ ਪਹਿਲਾਂ 1952 ਤੁਹਾਨੂੰ ਦੱਸ ਦਿੱਤਾ ਸੀ, ਉਹ ਗਲਤੀ ਹੋ ਗਈ। 1951 ਦੇ ਵਿੱਚ ਪਹਿਲੀ ਭਾਰਤ ਦਾ ਜਿਹੜਾ ਸੰਵਿਧਾਨ ਦਾ ਸੰਸ਼ੋਧਨ ਕੀਤਾ ਗਿਆ ਸੀ, ਉਹ ਇਸੇ ਲਈ ਕੀਤਾ ਗਿਆ ਸੀ ਭੂਮੀ ਦਾ ਸੁਧਾਰ। ਭੂਮੀ ਦਾ ਸੁਧਾਰ ਦਾ ਮਤਲਬ ਹੈ ਜੀ ਜਦੋਂ ਅੰਗਰੇਜ਼ ਛੱਡ ਕੇ ਗਏ ਜੀ, ਉਹਨਾਂ ਦੀ ਜਿਹੜੀ ਖੇਤੀਬਾੜੀ ਦੀ ਪ੍ਰਣਾਲੀ ਸੀ ਉਹ ਭਾਰਤੀ ਜਿਹੜੀ ਪ੍ਰਣਾਲੀ ਸੀ ਉਸ ਤੋਂ ਵੱਖ ਸੀ। ਜਿਹੜੇ ਜੋਤਾਂ ਦਾ ਆਕਾਰ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਭੂਮੀ ਕਰ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ, ਕਿਸਾਨਾਂ ਨੂੰ ਛੂਟ ਕਿਸ ਤਰੀਕੇ ਦੇ ਨਾਲ ਮਿਲਣੀ ਚਾਹੀਦੀ ਹੈ, ਕਿਉਂਕਿ ਭਾਰਤੀ ਜਿਹੜਾ ਕਾਨੂੰਨ ਹੈ ਜੀ, ਜਿਹੜਾ ਭਾਰਤੀ ਸੰਵਿਧਾਨ ਹੈ ਉਹ ਹਰ ਇੱਕ ਵਰਗ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਤਾਂ ਸਭ ਤੋਂ ਪਹਿਲਾਂ ਭੂਮੀ ਸੁਧਾਰ ਦੇ ਲਈ ਕਾਨੂੰਨ ਜੋੜਿਆ ਗਿਆ। ਤਾਂ ਪਹਿਲੀ ਜਿਹੜੀ ਅਨੁਸੂਚੀ ਹੈ ਜੀ ਤੁਸੀਂ ਮੰਨਣੀ ਹੈ ਜੀ, ਜਿਹੜੀ ਜੋੜੀ ਗਈ 1951 ਦੇ ਵਿੱਚ ਅਮੈਂਡਮੈਂਟ ਕਰਕੇ ਜੀ 9ਵੀਂ ਅਨੁਸੂਚੀ ਜੋੜੀ ਗਈ। ਇਸ ਤੋਂ ਬਾਅਦ ਹੈ ਜੀ 10ਵੀਂ ਅਨੁਸੂਚੀ। 10 ਦਾ ਮਤਲਬ ਹੁੰਦਾ ਹੈ ਜੀ ਦਲ ਦਾ ਮਤਲਬ ਹੈ ਜੀ ਦਲ ਬਦਲ ਕਾਨੂੰਨ ਇਸ 'ਤੇ ਬਣਾਇਆ ਗਿਆ ਹੈ। ਦਲ ਬਦਲ ਕਾਨੂੰਨ ਦਾ ਮਤਲਬ ਹੈ ਜੀ ਕਿ ਕੋਈ ਵੀ ਇੱਕ ਪਾਰਟੀ ਦਾ ਵਿਅਕਤੀ ਜੇਕਰ ਆਪਣੀ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ ਹੈ, ਜਿਵੇਂ ਕਾਂਗਰਸ ਦਾ ਕੋਈ ਅਗਰ ਲੀਡਰ ਹੈ ਜੀ, ਉਹ ਛੱਡ ਕੇ ਅਗਰ ਭਾਜਪਾ ਵਿੱਚ ਚਲਾ ਜਾਂਦਾ ਹੈ ਜੀ, ਚੁਣਿਆ ਹੋਇਆ ਉਹ ਹੈ ਜੀ ਕਿਸ ਤੋਂ MLA ਬਣਿਆ ਹੋਇਆ ਜਾਂ MP ਬਣਿਆ ਹੋਇਆ ਜੀ, ਕਿਸ ਤੋਂ ਬਣਿਆ ਹੋਇਆ, ਉਹ ਬਣਿਆ ਹੋਇਆ ਜੀ ਕਾਂਗਰਸ ਦੇ ਸਾਈਨ ਤੋਂ, ਕਾਂਗਰਸ ਦੇ ਜਿਹੜੀ ਸੀਟ ਤੋਂ ਖੜਿਆ ਹੋਇਆ ਸੀ ਜੀ। ਪਰ ਉਹ ਹੁਣ ਕਿੱਥੇ ਚਲਾ ਗਿਆ, ਉਹ ਚਲਾ ਗਿਆ ਹੈ ਜੀ ਭਾਜਪਾ ਦੇ ਵਿੱਚ। ਤਾਂ ਉਸ ਦੇ ਉੱਤੇ ਦਲ ਬਦਲ ਕਾਨੂੰਨ ਨੂੰ ਲਾਗੂ ਕਰਕੇ ਉਸ ਦੀ ਜਿਹੜਾ ਮੈਂਬਰਸ਼ਿਪ ਹੈ ਜੀ ਉਹ ਰੱਦ ਕਰ ਦਿੱਤੀ ਜਾਂਦੀ ਹੈ। ਜੋ ਵੀ ਜਿਵੇਂ ਲੋਕ ਸਭਾ ਦੇ ਵਿੱਚ ਹੋਵੇ ਤਾਂ ਲੋਕ ਸਭਾ ਦਾ ਜਿਹੜਾ ਸਪੀਕਰ ਹੁੰਦਾ ਜੀ ਉਹ ਉਸ ਦੀ ਜਿਹੜੀ ਸਦੱਸਤਾ ਹੈ ਜੀ, ਮੈਂਬਰਸ਼ਿਪ ਹੈ ਜੀ, ਉਹ ਰੱਦ ਕਰ ਦਿੰਦਾ ਹੈ। ਇਹ ਜੋ ਵੀ ਤੁਹਾਨੂੰ ਇਹ ਬੇਸਿਕ ਜਾਣਕਾਰੀ ਦੇ ਰਿਹਾ ਜੀ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕਿਸੇ ਵੀ ਅਨੁਸੂਚੀ ਉੱਤੇ ਸਪੈਸ਼ਲ ਜਾਂ ਕਿਸੇ ਵੀ ਗੱਲ ਉੱਤੇ ਸਪੈਸ਼ਲ ਤੁਹਾਨੂੰ ਕਲਾਸ ਚਾਹੀਦੀ ਹੈ, ਜੇਕਰ ਤੁਹਾਨੂੰ ਕੋਈ ਡਾਊਟ ਰਹਿੰਦਾ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਜੀ ਕਿ ਇਸ ਚੀਜ਼ ਦਾ ਸਾਨੂੰ ਸਮਝ ਨਹੀਂ ਆਈ, ਮੈਂ ਤੁਹਾਨੂੰ ਹਰ ਹਾਲ ਦੇ ਵਿੱਚ ਰਿਪਲਾਈ ਕਰਾਂਗਾ ਜੀ। ਅੱਗੇ ਚੱਲਦੇ ਹਾਂ ਜੀ ਅਨੁਸੂਚੀ 11। ਅਨੁਸੂਚੀ 11 ਹੈ ਜੀ, ਉਹ ਹੈ ਜੀ ਆਪਣੀ ਪੰਚਾਇਤੀ ਰਾਜ ਦੀ। ਸਭ ਤੋਂ ਪਹਿਲਾਂ ਜਿਹੜਾ ਪੰਚਾਇਤੀ ਰਾਜ ਹੈ ਉਹ ਨਾਗੌਰ ਦੇ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਵਿੱਚ ਲਾਗੂ ਹੋਇਆ ਸੀ। ਕਦੋਂ ਲਾਗੂ ਹੋਇਆ, ਕਿਸ ਤਰੀਕੇ ਦੇ ਨਾਲ ਪੰਚਾਇਤੀ ਰਾਜ ਰਹੇਗਾ, ਪੰਚਾਇਤਾਂ ਕਿਵੇਂ ਬਣਨਗੀਆਂ, ਪੰਚਾਇਤਾਂ ਦੇ ਕੀ ਅਧਿਕਾਰ ਹੋਣਗੇ, ਸਭ ਤੋਂ ਉੱਚਾ ਜਿਹੜੀ ਕੀ ਹੋਏਗੀ ਜੀ ਜ਼ਿਲ੍ਹਾ ਪ੍ਰਸਿੱਧ, ਬਲਾਕ ਪੱਧਰ, ਸਰਪੰਚ ਦੇ ਕੀ ਅਧਿਕਾਰ ਹੋਣਗੇ, ਇਹ ਸਭ ਜਿਹੜੀ ਜਾਣਕਾਰੀ ਹੈ ਜੀ ਅਨੁਸੂਚੀ 11 ਵਿੱਚ ਦਿੱਤੀ ਗਈ ਹੈ। ਇਸ ਦੇ ਇਲਾਵਾ ਜਿਹੜੀ ਇਹ ਅਨੁਸੂਚੀ ਜੋੜੀ ਗਈ ਹੈ, ਇਸ ਨੂੰ 73ਵਾਂ ਸੰਵਿਧਾਨ ਸੰਸ਼ੋਧਨ ਕਿਹਾ ਜਾਂਦਾ ਹੈ ਜੀ। ਸੋਧ ਕੀਤੀ ਗਈ ਸੀ 73ਵਾਂ ਸੰਵਿਧਾਨ ਸੰਸ਼ੋਧਨ। ETT ਜਿਹੜੇ ਫਸਟ ਈਅਰ ਦੇ ਵਿਦਿਆਰਥੀ ਹਨ ਉਹਨਾਂ ਦੇ ਲਈ 73ਵੀਂ ਤੇ 74ਵੀਂ ਸੰਵਿਧਾਨਿਕ ਸੋਧ ਅਨੁਸੂਚੀ 11 ਅਤੇ 12 ਦਾ ਇੱਕ ਸਪੈਸ਼ਲ ਟੌਪਿਕ ਹੈ ਜੀ। ਤਾਂ ਜੀ ਅਨੁਸੂਚੀ 11 ਅਤੇ 12 ਉੱਤੇ ਨੈਕਸਟ ਵੀਡੀਓ ਮੈਂ ਜਲਦ ਹੀ ਬਣਾ ਕੇ ਦੇ ਦਿਆਂਗਾ। ਇਹ ਜੇ 1992 ਵਿੱਚ ਜੋੜੀ ਗਈ ਸੀ। ਤਾਂ ਜੀ 73ਵਾਂ ਸੰਵਿਧਾਨ ਸੰਸ਼ੋਧਨ ਅਤੇ ਅਨੁਸੂਚੀ ਜਿਹੜੀ 12 ਹੈ ਜੀ ਉਹ ਹੈ ਜੀ ਨਗਰ ਪਾਲਿਕਾਵਾਂ ਦੇ ਲਈ। ਇਸ ਦੇ ਵਿੱਚ ਨਗਰ ਪਾਲਿਕਾਵਾਂ ਦੇ ਜਿਹੜੇ ਕਾਨੂੰਨ ਨੇ ਉਹ ਦੱਸੇ ਗਏ ਨੇ ਕਿ ਨਗਰ ਪਾਲਿਕਾਵਾਂ ਦਾ ਕੀ ਅਧਿਕਾਰ ਹੋਏਗਾ, ਕਿਤੇ ਨਗਰ ਪਾਲਿਕਾ ਹੋਏਗੀ, ਕਿਤੇ ਨਗਰ ਪ੍ਰਸਿੱਧ ਹੋਏਗਾ, ਕਿਤੇ ਨਗਰ ਨਿਗਮ ਹੋਏਗਾ ਜੀ। ਇਹ ਸਾਰਾ ਕੁਝ ਅਨੁਸੂਚੀ 12 ਵਿੱਚ ਦੱਸਿਆ ਗਿਆ ਹੈ। ਇਹ ਜਿਹੜੀ ਅਨੁਸੂਚੀ ਹੈ ਇਹ 74ਵਾਂ ਸੰਵਿਧਾਨ ਸੰਸ਼ੋਧਨ ਹੈ ਜੀ। ਇਹ ETT ਦਾ ਜਿਹੜਾ ETT ਫਸਟ ਈਅਰ ਦਾ ਜਿਹੜਾ ਕੰਟੈਂਪਰਰੀ ਇੰਡੀਅਨ ਸੋਸਾਇਟੀ ਸਮਕਾਲੀਨ ਭਾਰਤੀ ਸਮਾਜ ਹੈ ਜੀ ਉਸ ਦੇ ਵਿੱਚ ਇੱਕ ਅਲੱਗ ਤੋਂ ਟੌਪਿਕ ਹੈ। 1992 ਵਿੱਚ ਇਹ ਜੋੜੀ ਗਈ ਜੀ। ਤਾਂ ਇਹ ਅਨੁਸੂਚੀਆਂ ਦਾ ਆਪਣਾ ਟੌਪਿਕ ਸੀ, ਇਸ ਨੂੰ ਆਪਾਂ ਕੰਪਲੀਟ ਕਰ ਲਿਆ ਹੈ। ਇਸ ਨੂੰ ਤੁਸੀਂ ਇਸ ਟ੍ਰਿਕ ਦੇ ਨਾਲ ਯਾਦ ਕਰ ਸਕਦੇ ਹੋ। ਮੈਂ ਸ਼ੁਰੂ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ, ਇਸ ਤੋਂ ਇਲਾਵਾ ਲਾਸਟ ਦੇ ਵਿੱਚ ਫੇਰ ਦੱਸਦਾ। ਅਨੁਸੂਚੀ ਨੂੰ ਯਾਦ ਕਰਨ ਦੀ ਟ੍ਰਿਕ ਜੀ ਬੜੀ ਸਿੰਪਲ ਹੈ। ਤੁਸੀਂ ਇਸ ਨੂੰ 1-2 ਵਾਰ ਪੜ੍ਹੋਗੇ ਤਾਂ ਯਾਦ ਹੋ ਜਾਏਗੀ। ਕੀ ਪੜ੍ਹਨਾ ਹੈ ਜੀ ਤੁਸੀਂ, ਸੰਘ ਰਾਜ
ਮੁੱਖ ਵਿਅਕਤੀਆਂ ਦਾ ਜਿਹੜਾ ਵੇਤਨ ਅਤੇ ਭੱਤਾ ਹੈ ਜੀ, ਸ਼ਪਥ ਚੁੱਕਣ, ਓਥ ਲੈਣ ਕਿੱਥੇ ਜੀ, ਰਾਜ ਸਭਾ ਦੀ ਸੀਟਾਂ ਦੇ ਲਈ ਉਹ ਅਨੁਸੂਚਿਤ ਜਾਤੀ ਅਤੇ ਜਨਜਾਤੀ ਦਾ ਏਟੀਐਮ ਜਿਹੜਾ ਲੈ ਕੇ ਜੀ ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਵੰਡਣ, ਵੱਖ-ਵੱਖ ਭਾਸ਼ਾਵਾਂ ਵਿੱਚ ਸੰਘ ਰਾਜ ਜਿਹੜਾ ਗਿਆ ਜੀ ਵਿਅਕਤੀ, ਤੇ ਉਹਨੇ ਭੂਮੀ ਸੁਧਾਰ, ਦਲ ਬਦਲ ਕਾਨੂੰਨ, ਪੰਚਾਇਤੀ ਅਤੇ ਨਗਰਪਾਲਿਕਾਵਾਂ ਨੂੰ ਦੱਸਣ ਦੇ ਲਈ ਉਹ ਗਿਆ। ਤਾਂ ਤੁਸੀਂ ਇਸ ਟ੍ਰਿਕ ਦੇ ਨਾਲ ਜਿਹੜੀ ਸਾਰੀ ਅਨੁਸੂਚੀਆਂ ਜੀ, ਕਿੰਨੀਆਂ ਅਨੁਸੂਚੀਆਂ ਹੈ ਇਹ ਤੁਸੀਂ ਯਾਦ ਰੱਖਣਾ ਹੈ, 12 ਅਨੁਸੂਚੀਆਂ ਨੇ। ਸ਼ੁਰੂ ਦੇ ਵਿੱਚ ਇਸ ਦੇ ਵਿੱਚ 8 ਅਨੁਸੂਚੀਆਂ ਸਨ, ਜਿਹੜੀ ਹੁਣ ਕਿੰਨੀ ਹੋ ਗਈ ਹੈ ਜੀ, 12। ਤਾਂ ਇਸ ਤਰੀਕੇ ਦੇ ਨਾਲ ਅੱਜ ਦਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਹੈ ਜੀ। ਜੋ ਵੀ ਮੈਂ ਕੁਐਸਚਨ ਇਸ ਵੀਡੀਓ ਦੇ ਦੌਰਾਨ ਪੁੱਛੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਉਹਨਾਂ ਦਾ ਰਿਪਲਾਈ ਕਰ ਦੇਣਾ ਹੈ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਰਹਿੰਦਾ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ ਜੀ। ਇਸ ਦੀ ਜਿਹੜੀ ਇਹ PDF ਹੈ ਲੈਣ ਦੇ ਲਈ ਤੁਸੀਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲੈਣਾ ਹੈ। ਇਹ PDF ਮੈਂ ਉੱਥੇ ਸ਼ੇਅਰ ਕਰ ਦਿਆਂਗਾ ਜੀ। ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਤੁਹਾਡਾ ਦਿਨ ਸ਼ੁਭ ਹੋਵੇ।